श्री वाहेगुरु साहिब जी। हम अवगुण भरे एक गुण राही, अमृत छाड़ बिखै बिख खार। माया मोह परम पै पुले, सुत दारा सिंह प्रीत लगाई। एक उत्तम पंत सुनियो गुर संगत, तिह मलंत जम त्रास मिटाई। इक अरदास पाठ कीरत की, गुरु रामदास राखो शरणाई। सतनाम श्री वाहेगुरु साहिब जी। जय श्री महला पंजवा, घर दूजा शंत एक ओंकार। सतगुर प्रसाद श्लोक। ऊंचा अगम अपार प्रभु, कथन ना जाए अकथ। नानक प्रभु शरणागति, राखन को समरथ। ऊंचा गम अपार प्रभु, कथन न जाए अकथ। नानक प्रभु शरणागति, राखन को समरथ। शंतो ज्यों जान हो त्यों राखो, हर प्रभ तेरिया। केते गनो असंख, अवगुण मेरिया। असंख अवगुण खते फेरे, नित प्रत सद भूलिया। मोह मगन बिकराल माया, तो प्रसादी भूलिया। लोग करत विकार बिखड़े, प्रभ नेरहू ते नेरिया। बिनवंत नानक दया धारो, काढ़ भवजल फेरिया। सरोग निरत न पवै असंख गुण, ऊंचा प्रभ का नाम। नानक की बेनंतिया, मिलै न थावै थाओ। शंत दूसर नाहि ठाओ, कापे दाइयै। आठ पहर कर जोड़, सो प्रभ ध्याइयै। ध्याए सो प्रभ सदा अपना, मन है चंदिया पाइयै। तजमान मोह विकार दूजा, एक स्यों निवलाइयै। अर्प मन तन प्रभु आगे, आप सगल मिटाइयै। बिनवंत नानक तार कृपा, साज नाम समाइयै। श्लोक रे मन ताको ध्याइयै, सब विद जागै हाथ। राम नाम तन संचियै, नानक निभै साथ। संतो साथियड़ा प्रभ एक, दूसर नाहि कोय। थान तनंतर आप, जल थल पूर सोय। जल थल महियल पूर रहया, सर्वदाता प्रभ धने। गोपाल गोविंद अंत नाहि, बेअंत गुण ताके क्या गनि। भज शरण स्वामी सुखे गामी,
ਤਿਸ ਬਿਨਾ ਨਾਹਿ ਕੋਈ। ਬਿਨਵੰਤ ਨਾਨਕ ਦਇਆ ਧਾਰੋ, ਤਿਸ ਪ੍ਰਾਪਤ ਨਾਮ ਹੋਇ। ਸਲੋਕ। ਚਿਤ ਜੇ ਚਿਤਵਿਆ ਸੋ ਮੈਂ ਪਾਇਆ, ਨਾਨਕ ਨਾਮ ਧਿਆਏ ਸੁਖ ਸਵਾਇਆ। ਸ਼ੰਤ ਅਬ ਮਨ ਛੂਟ ਗਿਆ, ਸਾਧੂ ਸੰਗ ਮਿਲੇ ਗੁਰਮੁਖ ਨਾਮ ਲਿਆ। ਜੋਤੀ ਜੋਤ ਰਲੇ ਹਰਿ ਨਾਮ ਸਿਮਰਤ, ਮਿਟੇ ਕਿਲਬਿਖ ਬੁੱਝੀ ਤਪਤ ਅਗਾਨਿਆ। ਗਹਿ ਪੁਜਾਲੀ ਦੇ ਦਇਆ ਕੀਨੇ, ਆਪਣੇ ਕਰ ਮਾਨਿਆ। ਲੈ ਅੰਕ ਲਾਈ ਹਰਿ ਮਿਲਾਏ, ਜਨਮ ਮਰਣਾ ਦੁਖ ਜਲੇ। ਬਿਨਵੰਤ ਨਾਨਕ ਦਇਆ ਧਾਰੀ, ਮੇਲ ਲੀਲੇ ਇਕ ਭਲੇ। ਲੈ ਅੰਕ ਲਾਏ ਹਰਿ ਮਿਲਾਏ, ਜਨਮ ਮਰਣਾ ਦੁਖ ਜਲੇ। ਬਿਨਵੰਤ ਨਾਨਕ ਦਇਆ ਧਾਰੀ, ਮੇਲ ਲੀਲੇ ਇਕ ਭਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ, ਇਹ ਜੋ ਮੁਬਾਰਕ ਬਚਨ ਹੁਕਮਨਾਮਾ ਆਪ ਜੀਆਂ ਨੇ ਸਰਵਣ ਕੀਤਾ ਹੈ, ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਦਰਬਾਰ ਤੋਂ ਅੰਮ੍ਰਿਤ ਵੇਲੇ ਦਾ ਜੋ ਹੁਕਮਨਾਮਾ ਹੈ, ਇਹ ਜੋ ਸ਼ਬਦ ਹੈ 704 ਪੰਗਤੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅੰਦਰ ਸੁਭਾਏਵਾਨ ਹੈ। ਆਓ ਸ਼ਬਦ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਜੈ ਸ੍ਰੀ ਮਹੱਲਾ ਪੰਜਵਾ, ਘਰ ਦੂਜਾ ਸ਼ੰਤ। ਜੈ ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ ਸ਼ਬਦ ਇਹ ਸ਼ੰਤ ਦੇ ਰੂਪ ਦੇ ਵਿੱਚ, ਸ਼ੰਤ ਵੀ ਇੱਕ ਛੰਦ ਦਾ ਨਾਮ ਹੈ। ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਇਹ ਸ਼ਬਦ ਨੂੰ ਜੈ ਸ੍ਰੀ ਰਾਗ ਦੇ ਵਿੱਚ ਗਾਇਨ ਕੀਤਾ ਜਾਵੇ। ਘਰ ਦੂਸਰੇ ਵਿੱਚ ਸ਼ੰਤ ਇਹ ਛੰਦ ਦਾ ਨਾਮ ਹੈ। ਇਕ ਓੰਕਾਰ ਸਤਿਗੁਰ ਪ੍ਰਸਾਦ। ਉਹ ਅਕਾਲ ਪੁਰਖ ਇੱਕ ਹੈ, ਗੁਰੂ ਦੀ ਬਖਸ਼ਿਸ਼ ਦੇ ਨਾਲ ਪ੍ਰਾਪਤ ਹੁੰਦਾ ਹੈ। ਗੁਰੂ ਦੀ ਬਖਸ਼ਿਸ਼ ਲੈਣ ਵਾਸਤੇ ਗੁਰੂ ਦੇ ਦਰ ਤੇ ਪਿਆਰੀ ਨੂੰ ਝੋਲੀ ਅਰਨੀ ਪੈਂਦੀ ਹੈ। ਗੁਰੂ ਦੇ ਸਨਮੁਖ ਹੋ ਕਰਕੇ ਅਰਦਾਸ ਬੇਨਤੀ ਕਰਕੇ ਫਿਰ ਹੀ ਉਸ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ, ਵਰਨਾ ਪ੍ਰਾਪਤੀ ਨਹੀਂ ਹੁੰਦੀ। ਜੇ ਅਸੀਂ ਆਖੀਏ ਕਿ ਘਰ ਵਿੱਚ ਬੈਠ ਕੇ ਗੁਰੂ ਦੇ ਦਰ ਤੇ ਆਈਏ, ਕੋਈ ਨਾ ਸਤ ਸੰਗਤ ਕਰੀਏ, ਕੋਈ ਨਾ ਨਾਮ ਬਾਣੀ ਜਪੀਏ, ਕੋਈ ਨਾ, ਇਹ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇ। ਗੁਰੂ ਦੀ ਬਖਸ਼ਿਸ਼ ਉਦੋਂ ਹੀ ਹੋਣੀ ਆ, ਉਦਮ ਕਰਿੰਦਿਆਂ ਜਿਉ ਤੂੰ ਕਮਾਵਦਿਆਂ ਸੁਖ ਪਹੁੰਚ। ਉਦਮ ਕਰਨਾ ਪਵੇਗਾ, ਉਸ ਮਾਲਕ ਦੇ ਚਰਨਾਂ ਦੇ ਨਾਲ ਜੁੜਨਾ ਪਵੇਗਾ ਕਿ ਕਮਾਈ ਕਰਾਂਗੇ ਤੇ ਫਿਰ ਸੁਖ ਦੀ ਪ੍ਰਾਪਤੀ ਹੋਵੇਗੀ ਜਦੋਂ ਨਾਮ ਦੀ ਕਮਾਈ ਕਰਾਂਗੇ। ਸਲੋਕ। ਉੱਚਾ ਅਗਮ ਅਪਾਰ ਪ੍ਰਭ, ਕਥਨ ਨ ਜਾਏ ਕਥ। ਉਹ ਵਾਹਿਗੁਰੂ ਕਿੰਨਾ ਕੁ ਉੱਚਾ ਹੈ ਪਿਆਰਿਓ, ਉਹਦਾ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਸਤਿਗੁਰਾਂ ਦੇ ਮੁਬਾਰਕ ਬਚਨ ਹਨ। ਅਤ ਉੱਚਾ ਤਾਂ ਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾਵਾਰ। ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ। ਸਿਰ ਸ਼ਾਹਾਂ ਪਾਤਸ਼ਾਹੋ, ਨਿਹਚਲ ਚੋਰ ਛਤ। ਵੱਡੀ ਹੂੰ ਵਡਾਇਆ ਪਾਰ, ਤੇਰਾ ਮਰਤਬਾ। ਰੰਗ ਬਰੰਗ ਅਨੇਕ, ਨਾ ਜਾਪਨ ਕਰਤਬਾ। ਜੀਆਂ ਅੰਦਰ ਜੀਓ ਸਭ ਕਿਛ ਜਾਣ ਲਾ। ਸਭ ਕਿਛ ਤੇਰੇ ਵਸ, ਤੇਰਾ ਘਰ ਭਲਾ। ਤੇਰੇ ਘਰ ਆਨੰਦ, ਵਧਾਈ ਤੁਧ ਘਰ।
ਮਾਨ ਮਹਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦੇਸੇ ਜਤ ਕਤਾ ਨਾਨਕ ਦਾਸਨ ਦਾਸ ਤੁਧ ਆਗੇ ਬਿਨਵਤਾ। ਬਹੁਤ ਉੱਚਾ ਹੈ ਪਿਆਰਿਓ, ਉਹਦੇ ਵਰਗਾ ਉੱਚਾ ਕੋਈ ਨਹੀਂ ਮੈਂ ਵੇਖਿਓ ਨੀ ਉੱਚਾ। ਮੋਹਨ ਸਭ ਤੇ ਉੱਚਾ ਆਨ ਨਾ ਸੰਸਰ ਕੋ ਲਾਗੇ ਢੂੰਡ ਰਹੇ ਹਮ ਉੱਚਾ। ਕਿਨੇ ਬੜੀ ਢੂੰਡ ਕੀਤੀ, ਉਹਦੇ ਵਰਗਾ ਉੱਚਾ ਪਰਮੇਸ਼ਰ ਕੋਈ ਨਹੀਂ। ਪਰਮੇਸ਼ਰ ਹੀ ਸਭ ਤੋਂ ਉੱਚਾ ਹੈ ਪਿਆਰਿਓ। ਆਗੂ ਜਿਹੜਾ ਹੈ ਮਨ ਇੰਦਰੀਆਂ ਦੀ ਸੋਚ ਤੋਂ ਬਹੁਤ ਪਰੇ, ਜਿਹੜਾ ਸਾਡੀ ਸੋਚ ਦੇ ਵਿੱਚ ਨਹੀਂ ਆ ਸਕਦਾ, ਅਪਾਰ ਜਿਹਦਾ ਕੋਈ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਕਥਨ ਨਾ ਜਾਏ ਅਕਥ, ਤੇ ਜਿਸ ਨੂੰ ਕਥਿਆ ਨਹੀਂ ਜਾ ਸਕਦਾ। ਵਾਹਿਗੁਰੂ ਨੂੰ ਕਿਵੇਂ ਪਿਆਰਿਓ ਕਥਿਆ ਜਾ ਸਕਦਾ? ਸਾਡੀ ਤੁਸ਼ ਦੀ ਬੁੱਧੀ ਕਿਵੇਂ ਉਹਨੂੰ ਕਰ ਸਕਦੀ ਹੈ? ਅਕਥਨ ਉਹ ਕਥਿਆ ਨਹੀਂ ਜਾ ਸਕਦਾ। ਜਿਹੜੇ ਵੀ ਪ੍ਰਭੂ ਦੇ ਪਿਆਰੇ ਪਰਮੇਸ਼ਰ ਦੇ ਕਥਨ ਦੇ ਵਿੱਚ ਲੱਗੇ, ਉਸ ਦੇ ਸ਼ਬਦ ਦੀ ਵਿਚਾਰ ਦੇ ਵਿੱਚ ਲੱਗੇ, ਪਿਆਰੇ ਉਸੇ ਦਾ ਹੀ ਰੂਪ ਹੋ ਗਈ, ਕਥ ਨਹੀਂ ਸਕੇ। ਨਾਨਕ ਪ੍ਰਭ ਸ਼ਰਣਾਗਤੀ ਰਾਖਨ ਕੋ ਸਮਰਥ। ਵਾਹਿਗੁਰੂ ਜੀ, ਮੈਂ ਤੇਰੀ ਚਰਨ ਸ਼ਰਨ ਦੇ ਵਿੱਚ ਤਾਂ ਕਰਕੇ ਆਇਆ ਕਿਉਂਕਿ ਰੱਖਣ ਵਾਸਤੇ ਤੂੰ ਹੀ ਸਮਰੱਥ ਹੈ। ਵਾਹਿਗੁਰੂ ਤੇਰੇ ਕੋਲ ਇਹ ਸਮਰੱਥਾ ਹੈ ਸਾਰੀ। ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹਾਥ ਤੁਮਾਰੇ, ਜੇ ਕਰਾਵੇ ਸੋ ਕਰਣਾ ਨਾਨਕ ਦਾਸ ਤੇਰੀ ਸ਼ਰਨ। ਕਰਨ ਕਾਰਨ ਦੀ ਸਮਰੱਥਾ ਕੇਵਲ ਤੇਰੇ ਕੋਲ ਹੈ। ਤੂੰ ਕਰਨ ਕਾਰਨ ਸਮਰੱਥ ਹੈ ਕਰਤੇ। ਮੈਂ ਤੁਧ ਬਿਨ ਅਵਰ ਨ ਕੋਈ, ਤੁਧ ਆਪੇ ਸਿਸ਼ਟ ਸਿਰਜੀਆ। ਆਪੇ ਹੁਨ ਹੋਈ, ਆਪੇ ਤੂੰ ਲੈ ਕਰਦਾ, ਆਪੇ ਸ੍ਰਿਸ਼ਟੀ ਨੂੰ ਪੈਦਾ ਕਰਦਾ। ਸ਼ੰਤ ਜੋ ਜਾਨੋ ਤਿਉ ਰਾਖ ਹਰਿ ਪ੍ਰਭ ਤੇਰਿਆ। ਸ਼ੰਤ ਦੇ ਵਿੱਚ ਸਤਿਗੁਰੂ ਜੀ ਕਹਿ ਰਹੇ, ਵਾਹਿਗੁਰੂ ਜੀ ਜਿਵੇਂ ਤੁਹਾਨੂੰ ਚੰਗਾ ਲੱਗੇ, ਜਿਉਂ ਜਾਨੋ ਤਿਉ ਰਾਖ ਹਰਿ ਪ੍ਰਭ ਤੇਰਿਆ, ਮੈਂ ਤੇਰਾ ਹਾਂ। ਪਿਆਰੇ ਜਦੋਂ ਇਹ ਗੱਲ ਕਹਿ ਦਈਏ ਮਾਲਕ ਦੇ ਦਰ ਦੇ ਉੱਤੇ ਆ ਕਰਕੇ ਢੱਠ ਕਰਕੇ, ਵਾਹਿਗੁਰੂ ਜੀ ਮੈਂ ਤੇਰਾ ਹਾਂ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਮੈਂ ਵੀ ਤੇਰਾ ਹਾਂ ਵਾਹਿਗੁਰੂ ਜੀ, ਤੂੰ ਮੇਰਾ ਪਿਤਾ ਹੈ। ਜਿਉਂ ਜਾਨੋ ਤਿਉ ਰਾਖ ਹਰਿ ਪ੍ਰਭ ਤੇਰੇ। ਜਿਵੇਂ ਕਿਵੇਂ ਵੀ ਬਖਸ਼ਿਸ਼ ਕਰਨੀ ਆ ਮਾਲਕ, ਮੇਰੀ ਤੇ ਤੁਸੀਂ ਕਰਨੀ ਆ। ਮੈਂ ਤੁਹਾਡਾ ਹਾਂ, ਮੈਂ ਤੁਹਾਡਾ ਹਾਂ। ਕੀਤੇ ਗਨ ਅਸੰਖ ਅਵਗੁਣ ਮੇਰਿਆ। ਮੇਰੇ ਵਿੱਚ ਪਤਾ ਨਹੀਂ ਕਿਤਨੇ ਕੁ ਅਵਗੁਣ ਹਨ। ਮੈਂ ਤੇ ਅਵਗੁਣਾਂ ਦਾ ਭਰਿਆ ਹੋਇਆ, ਕਿ ਗਿਣਤੀ ਕੋਈ ਨਹੀਂ। ਅਸੰਖ ਅਸੰਖ ਪਿਆਰਿਓ ਕਿਤਨੀ ਕੁ ਗਿਣਤੀ ਕੀਤੀ ਜਾਵੇ ਕਿ ਇਹਦੇ ਮੇਰੇ ਵਿੱਚ ਤੇ ਇਤਨੇ ਅਵਗੁਣ ਨੇ। ਅਵਗੁਣੀ ਭਰਿਆ ਸਰੀਰ ਹੈ, ਕਿਉਂ ਸੰਤੋ ਨਿਰਮਲ ਹੋਏ। ਇਹ ਤੇ ਸਰੀਰ ਸਾਰਾ ਹੈ ਹੀ ਭਰਿਆ ਅਵਗੁਣਾਂ ਦਾ। ਅਸੰਖ ਅਵਗੁਣ ਖਤੇ ਫੇਰੇ, ਨਿਤ ਪ੍ਰਤ ਸਦ ਖੋਲੀਐ। ਕਹਿੰਦੇ ਰੋਜ਼ਾਨਾ ਹੀ ਅਸੀਂ ਪਤਾ ਨਹੀਂ ਕਿਤਨੀ ਦੀਆਂ ਗਲਤੀਆਂ ਕਰਦੇ ਹਾਂ। ਅਸੰਖ ਅਵਗੁਣ ਖਤੇ ਕਿਹੜੇ, ਕਿਤਨੇ ਪਾਪ ਕਰਮ ਕਰਦੇ ਹਾਂ। ਨਿਤ ਪ੍ਰਤ ਸਦ ਭੁੱਲੀ ਹੈ, ਫਿਰ ਭੁੱਲ ਜਾਂਦੇ ਹਾਂ, ਫਿਰ ਭੁੱਲ ਜਾਂਦੇ ਹਾਂ। ਇਹ ਗੱਲ ਕਹਿੰਦੇ ਹਾਂ ਵਾਹਿਗੁਰੂ ਜੀ ਅਗਾਂਹ ਤੋਂ ਅਸੀਂ ਪਾਪ ਕਰਮ ਨਹੀਂ ਕਰਾਂਗੇ, ਕੋਈ ਅਵਗੁਣ ਨਹੀਂ ਕਰਾਂਗੇ, ਫਿਰ ਭੁੱਲ ਜਾਂਦੇ ਹਾਂ। ਕਹਿੰਦੇ ਭੁੱਲ ਭੁੱਲ ਕੇ ਵਾਰ-ਵਾਰ ਅਵਗੁਣ ਕਰੀ ਜਾ ਰਹੇ ਹਾਂ, ਵਾਰ-ਵਾਰ ਅਵਗੁਣ ਕਰੀ ਜਾ ਰਹੇ ਹਾਂ। ਭੁੱਲ ਜਾਂਦੇ ਕਰਦੇ ਹਾਂ ਪਾਪ, ਫਿਰ ਮੁਆਫੀ ਮੰਗ ਕੇ ਕਹਿੰਦੇ ਮਹਾਰਾਜ ਹੁਣ ਅੱਗੇ ਤੋਂ ਨਹੀਂ ਕਰਾਂਗਾ। ਤੇ ਫਿਰ ਉਹੀ ਪਿਆਰੀ ਪਾਪ ਕਰਮ ਕਰਨੇ ਸ਼ੁਰੂ ਕਰ ਦਿੰਦਾ। ਅਸੰਖ ਅਵਗੁਣ ਖਤੇ ਕਿਰੇ, ਪਤਨੀ ਕਿਤਨੇ ਕੁ ਪਾਪ ਵੱਡੇ ਵੱਡੇ ਉਪਦਰ ਕਰਦਾ ਹੈ ਮਨੁੱਖ। ਤੇ ਨਿਤ ਪ੍ਰਤ ਸਦ ਭੁੱਲੀਏ, ਰੋਜ਼ ਹੀ ਭੁੱਲ ਜਾਂਦਾ ਹੈ। ਮੋਹ ਮਗਨ ਵਿਕਰਾਲ ਮਾਇਆ, ਤੋ ਪ੍ਰਸਾਦੀ ਭੁੱਲੀਐ। ਇਸ ਦੇ ਵਿੱਚ ਕਹਿੰਦੇ ਮਾਇਆ ਬੜਾ ਵੱਡੀ ਪ੍ਰਬਲ ਹੈਗੀ ਹੈ। ਮੋਹ ਮਗਨ ਕਹਿੰਦੇ ਮੋਹ ਦੇ ਵਿੱਚ ਇਤਨਾ ਮਗਨ ਹੈ, ਜਿਹੜੀ ਬੜੀ ਵੱਡੀ ਮਾਇਆ ਪਿਆਰਿਓ ਇਹ ਸਾਨੂੰ ਕਿਸੇ ਪਾਸੇ ਨਹੀਂ ਲੱਗਣ ਦਿੰਦੀ। ਮੋਹ ਮਗਨ ਬੇਕਰਾਰ ਮਾਇਆ ਤਉ ਪ੍ਰਸਾਦੀ ਭੁੱਲੀ ਹੈ। ਉਹਦੇ ਵਿੱਚ ਅਸੀਂ ਇੱਕਮਿਕ ਹੋਏ ਪਏ ਹਾਂ, ਉਹਦੇ ਵਿੱਚ ਅਸੀਂ ਭੁੱਲੇ ਮਿਲੇ ਹਾਂ। ਜਦ ਕਿ ਸਾਨੂੰ ਪਰਮੇਸ਼ਰ ਦੇ ਵਿੱਚ ਘੁਲਣਾ ਮਿਲਣਾ ਚਾਹੀਦਾ ਸੀ। ਪਰਮੇਸ਼ਰ ਨੂੰ ਛੱਡ ਕੇ ਉਸ ਦੀ ਦਾਸੀ ਦੇ ਮਗਰ ਅਸੀਂ ਲੱਗੇ ਹੋਏ ਹਾਂ, ਉਸ ਦੇ ਵਿੱਚ ਅਸੀਂ ਘੁਲੇ ਮਿਲੇ ਹਾਂ। ਅਸੀਂ ਇੱਕਮਿਕ ਹੋਏ ਪਏ ਹਾਂ।
ਇਹ ਮਾਇਆ ਹੀ ਆਦਾ ਵੀ ਸਾਡੇ ਕੋਲੋਂ ਮਾਇਆ ਦੇ ਤਰਲੇ ਲੈਂਦੇ ਰਹਿੰਦੇ ਆ ਹਰ ਵੇਲੇ। ਲੋਕ ਕਰਤ ਵਿਕਾਰ ਵਿਖੜੇ ਪ੍ਰਭ ਨੇਰਹੂ ਤੇ ਨੇਰਿਆ। ਜਦੋਂ ਮਨੁੱਖ ਪਾਪ ਕਰਮ ਕਰਦਾ ਪਿਆਰਿਓ, ਲੁਕ ਕੀ ਕਰਦਾ? ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ, ਜਦੋਂ ਪਾਪ ਕਰਮ ਕਰਦਾ ਕਈ ਤਰ੍ਹਾਂ ਦੇ ਪਰਦੇ ਕਰਦਾ ਹੈ। ਦੇ ਕਵਾੜ ਅਨੇਕ ਪਰਦੇ ਵੇ ਪਰਦਾਰਾ ਸੰਗ ਪਾਕੈ। ਚਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਢਾਕੈ। ਲੁਕ ਕੇ ਮਨੁੱਖ ਪਾਪ ਕਰਦਾ ਪਿਆਰੇ, ਜਦੋਂ ਵੀ ਕਰਦਾ ਹੈ ਲੁਕਾਈ ਤੋਂ ਲੁਕ ਕੇ। ਜੋ ਵੀ ਪਾਪ ਕਰਮ ਕਰੇਗਾ ਇਹ ਲੁਕੋ ਕੇ ਕਰੇਗਾ ਕਿ ਮੇਰਾ ਪਾਪ ਕਰਮ ਕਦੇ ਉਜਾਗਰ ਨਾ ਹੋ ਜਾਵੇ। ਪ੍ਰਭ ਨੇਰੂ ਤੇ ਨੇਰਿਆ। ਕਹਿੰਦੇ ਵਾਹਿਗੁਰੂ ਜੀ ਤੂੰ ਤੇ ਸਾਰਾ ਕੁਝ ਵਾਚ ਕਰ ਰਿਹਾ। ਚਿੱਤਰ ਗੁਪਤ ਤੇ ਹਰ ਵੇਲੇ ਮੋਢਿਆਂ ਤੇ ਬੈਠੇ ਹੋਏ ਨੇ। ਕਿਤਨੇ ਕੁ ਲੁਕੋਲੇਗਾ ਮਨੁੱਖ ਪਾਪ ਪਿਆਰੇ। ਭਾਵੇਂ ਅੰਦਰ ਬਹਿ ਕੇ ਕਰਮ ਕਮਾਵੇ ਸੋ ਚਹੁ ਕੁੰਡੀ ਡਾਣੀ। ਕਹਿੰਦੇ ਭਾਵੇਂ ਤੂੰ ਅੰਦਰ ਵੜ ਕੇ ਪਿਛਲੇ ਤੋਂ ਪਿਛਲੇ ਅੰਦਰ ਤੇਰੇ ਦਾ ਪਾਪ ਕਰਮ ਕਰੀ ਆ, ਪਰ ਤੇਰੇ ਉਹ ਪਾਪ ਕਰਮ ਜਾਣਦਾ ਸੋ ਚਹੁ ਕੁੰਡੀ ਜਾਣੀ। ਉਹ ਚੌਹਾਂ ਕੁੰਟਾਂ ਦਾ ਮਾਲਕ ਜਾਣਦਾ ਹੈ। ਬਿਨਵੰਤ ਨਾਨਕ ਦਇਆ ਤਾਰੋ ਕਾਢ ਪਵਦਨ ਫੇਰਿਆ। ਸਤਿਗੁਰੂ ਕਹਿੰਦੇ ਨੇ ਮੇਰੀ ਅਰਦਾਸ ਬੇਨਤੀ ਹੈ, ਮੈਨੂੰ ਸੰਸਾਰ ਸਮੁੰਦਰ ਦੇ ਆਹ ਜਿਹੜੇ ਫੇਰੇ ਨੇ ਇਹਨਾਂ ਤੋਂ ਬਚਾ ਲੈ। ਪਿਆਰੇ ਫੇਰਿਆਂ ਤੋਂ ਬਚਣ ਵਾਸਤੇ ਆ ਜਿਹੜੇ ਆਉਣ ਜਾਉਣ ਦਾ ਫੇਰੇ ਬਣੇ ਹੋਏ ਨੇ, ਵਾਰ-ਵਾਰ ਜੰਮਣ ਮਰਨ ਦਾ ਚੱਕਰ ਬਣਿਆ ਹੋਇਆ। ਇਹ ਤਾਂ ਹੀ ਮੁੱਕਣਾ ਜੇ ਮਾਲਕ ਦੇ ਚਰਨਾਂ ਦੇ ਨਾਲ ਜੁੜ ਜਾਵਾਂਗੇ। 84 ਦਾ ਚੱਕਰ ਤਾਂ ਹੀ ਮੁੱਕੇਗਾ। ਪਿਆਰੀ ਸਾਡੀਆਂ ਜਿਹੜੀਆਂ ਹੇਰਾ ਫੇਰੀਆਂ ਵਲ ਛਲ ਇਹ ਸਾਨੂੰ ਕਿਸੇ ਪਾਸੇ ਲੱਗਣ ਨਹੀਂ ਦਿੰਦੀ। ਇੱਕ ਰਾਜਾ ਪਿਆਰੇ ਉਹਦੇ ਵਜ਼ੀਰ ਜਿਹੜੇ ਸਨ ਬੜੇ ਉਪਦਰ ਕਰਦੇ ਸਨ, ਬੜੇ ਉਪਦਰ ਕਰਦੇ ਸਨ, ਪਰ ਰਾਜਾ ਧਰਮੀ ਸੀ। ਰਾਜੇ ਨੇ ਸੋਚਿਆ ਕਿ ਇਹਨਾਂ ਨੂੰ ਮੈਂ ਸਬਕ ਸਿਖਾਉਣਾ ਕਿਸੇ ਤਰੀਕੇ ਦੇ ਨਾਲ, ਇਹਨਾਂ ਨੂੰ ਪਤਾ ਲੱਗ ਜਾਵੇ ਕਿ ਪਾਪ ਕਰਮ ਜਿਹੜੇ ਕਰਦੇ ਨੇ ਇਹਨਾਂ ਨੂੰ ਇਸ ਗੱਲ ਦੀ ਨਸੀਹਤ ਹੋ ਜਾਵੇ। ਅਗਾਹਾਂ ਤੋਂ ਐਸੀ ਨਸੀਹਤ ਦੇਣੀ ਹੈ ਕਿ ਪਾਪ ਕਰਮ ਕੀ ਕਰਨੇ, ਇਹ ਤੋਬਾ ਕਰਨੀ। ਰਾਜੇ ਨੇ ਆਪਣੇ ਵਜ਼ੀਰਾਂ ਨੂੰ ਬੁਲਾਇਆ। ਆਪਣੇ ਵਜ਼ੀਰਾਂ ਨੂੰ ਬੁਲਾ ਕੇ ਆਖਣ ਲੱਗਾ ਰਾਜਾ ਕਿ ਤੁਸੀਂ 3 ਵਜ਼ੀਰ ਸਨ। ਕਹਿੰਦੇ ਤਿੰਨਾਂ ਨੂੰ ਕਿਹਾ ਕਿ ਤੁਸੀਂ ਬਾਗਾਂ ਦੇ ਵਿੱਚ ਜਾ ਕਰਕੇ ਸੋਹਣੇ ਸੋਹਣੇ ਫਲ ਆ ਟੋਕਰੇ ਲੈ ਲਓ, ਝੋਲੇ ਲੈ ਜਾਓ, ਭਰ ਕੇ ਲੈ ਕੇ ਆਉਣੇ ਨੇ, ਪਰ ਸੋਹਣੇ ਸੋਹਣੇ ਹੋਣ, ਵਧੀਆ 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 ਫਲ ਤੋੜ ਕੇ ਲੈ ਕਰਕੇ ਆਉਣੇ ਨੇ। ਪਿਆਰਿਓ ਰਾਜੇ ਦੇ ਕਈ ਅਨੁਸਾਰ ਵੀ ਉਹ ਜਿਹੜੇ ਵਜ਼ੀਰ ਸਨ ਉਹਨਾਂ ਨੇ ਆਪਣੇ ਟੋਕਰੇ ਲਏ ਜਾਂ ਝੋਲੇ ਲੈ ਲਏ ਤੇ ਬਾਗਾਂ ਦੇ ਵਿੱਚ ਚਲੇ ਗਏ। ਇੱਕ ਜਿਹੜਾ ਵਜ਼ੀਰ ਸੀ ਬੜਾ ਦਿਆਨਤਦਾਰੀ ਵਾਲਾ ਚੰਗਾ ਸੀ, ਉਸਨੇ ਸੋਚਿਆ ਕਿ ਇਹ ਫਲ ਨੇ ਜਿਹੜੇ ਰਾਜਾ ਸਾਹਿਬ ਨੇ ਖਾਣੇ ਨੇ, ਤੇ ਕਹਿੰਦੇ ਮੈਂ ਇਹ ਜਿਹੜੇ ਫਲ ਨੇ ਬੜੇ ਸੁੰਦਰ ਸੁੰਦਰ ਬੜੇ ਵਧੀਆ ਵਧੀਆ ਫਲ ਲੱਭ ਕੇ ਤੇ ਟੋਕਰਾ ਭਰ ਲਿਆ। ਉਹ ਟੋਕਰਾ ਭਰ ਰਿਹਾ ਬੜੇ ਪਿਆਰ ਦੇ ਨਾਲ, ਵਧੀਆ ਵਧੀਆ ਫਲ ਉਹਨੇ ਟੋਕਰਾ ਭਰ ਲਿਆ। ਇਹ ਜਿਹੜਾ ਦੂਸਰਾ ਸੀ ਉਹਦੇ ਮਨ ਦੇ ਵਿੱਚ ਪਿਆਰੇ ਜਿਹੜੀ ਹੇਰਾ ਫੇਰੀ ਨੇ ਇਹ ਜਾਂਦੀ ਕੋਈ ਨਹੀਂ, ਹੇਰਾ ਫੇਰੀ ਜਾਂਦੀ ਕੋਈ ਨਹੀਂ। ਮਨ ਜਿਹੜਾ ਕਪਟੀ ਹੈ, ਕਪਟ ਕਮਾਉਣ ਵਾਲਾ, ਉਹ ਹਟਦਾ ਕੋਈ ਨਹੀਂ। ਹੁਣ ਦੂਸਰਾ ਜਿਹੜਾ ਉਹਦੇ ਮਨ ਦੇ ਵਿੱਚ ਇਹ ਗੱਲ ਆਈ, ਰਾਜਾ ਜੇ ਵੇਖੇਗਾ ਰਾਜੇ ਨੇ ਫਲ ਖਾਣੇ ਥੋੜ੍ਹੀ ਆ, ਇਹ ਜਿਹੜੇ ਸਾਰੇ ਖਾਣੇ ਨੇ, ਇੱਕ ਅੱਧਾ ਫਲ ਉਹ ਚੁੱਕਦੇ ਨੇ, ਉੱਪਰ ਉੱਪਰ ਚੰਗੇ ਪਾਦੇ ਨੇ ਕਿ ਥੱਲੇ ਜਿਹੜੇ ਹੈ ਉਹ ਭਾਵੇਂ ਗਲੇ ਸੜੇ ਹੋਣ, ਜਿਸ ਤਰ੍ਹਾਂ ਦੇ ਮਰਜ਼ੀ ਚੁੱਕ ਕੇ ਉੱਪਰੋਂ ਉਹਨੇ ਟੋਕਰਾ ਬੜਾ ਸੁੰਦਰ ਸਵਾਰ ਲਿਆ, ਉੱਪਰੋਂ ਟੋਕਰਾ ਬੜਾ ਸੁੰਦਰ ਸਵਾਰ ਲਿਆ ਤੇ ਵਿੱਚ ਜਿਹੜੇ ਫਲ ਸਨ ਉਹ ਗਲੇ ਸੜੇ ਪਾਏ ਹੋਏ ਸਨ। ਉਸਨੇ ਵੀ ਟੋਕਰਾ ਭਰ ਲਿਆ। ਤੇ ਜਿਹੜਾ ਤੀਸਰਾ ਸੀ ਉਹ ਕਹਿੰਦਾ ਬਿਲਕੁਲ ਉੱਪਰ ਉੱਪਰ, ਰਾਜੇ ਨੇ ਤੇ ਵੇਖਣਾ ਹੀ ਉੱਪਰੋਂ, ਥੱਲੇ ਘਾਹ ਫੂਸ ਦੇ ਨਾਲ ਭਰ ਦਿੱਤਾ ਟੋਕਰਾ, ਉੱਪਰ ਸਜਾ ਦਿੱਤਾ। ਸਭ ਤੋਂ ਵਧੀਆ ਲੱਗੀ ਟੋਕਰਾ, ਜਿਹੜਾ ਸਭ ਤੋਂ ਵਧੀਆ ਟੋਕਰਾ ਲੱਗੀ। ਪਿਆਰਿਓ ਅਸੀਂ ਇਸੇ ਤਰ੍ਹਾਂ ਹੀ ਕਰਦੇ ਹਾਂ ਨਾ, ਦਿਖਾਵਾ ਤੇ ਇਵੇਂ ਆਪਣੇ ਆਪੇ ਦਾ ਕਰਦੇ ਹਾਂ ਕਿ ਸਾਡੇ ਵਰਗਾ ਕੋਈ ਨਹੀਂ। ਕਹਿੰਦੇ ਟੋਕਰਾ ਉਹਨੇ ਬੜਾ ਵਧੀਆ ਸੁੰਦਰ ਤਿਆਰ ਕੀਤਾ, ਪਰ ਪਾਇਆ ਹੋਇਆ ਘਾਹ ਫੂਸ। ਜਿਸ ਵੇਲੇ ਵਾਪਸ ਆਏ
ਵਜ਼ੀਰ ਵਾਪਸ ਆਏ ਤੇ ਉਸੇ ਵੇਲੇ ਉਹਨਾਂ ਨੂੰ ਇਹ ਆਖਿਆ ਗਿਆ, ਸਿਪਾਹੀਆਂ ਨੂੰ ਆਖਿਆ, ਇਹ ਜਿਹੜੇ ਵਜ਼ੀਰ ਨੇ ਇਹਨਾਂ ਸਾਰਿਆਂ ਨੂੰ ਕਹਿੰਦੇ ਕੈਦ ਕਰ ਦੇਵੋ, 15 ਦਿਨ ਇਹਨਾਂ ਨੂੰ ਬੰਦੀ ਬਣਾ ਕੇ ਰੱਖਣਾ, ਕਿਸੇ ਨੂੰ ਛੱਡਣਾ ਕੋਈ ਨਹੀਂ, ਕੇਵਲ ਇਹਨਾਂ ਨੂੰ ਪਾਣੀ ਪੀਣ ਵਾਸਤੇ ਦੇਣਾ, ਤੇ ਜਿਹੜੇ ਇਹਨਾਂ ਦੇ ਟੋਕਰੇ ਨੇ ਉਹੀਓ ਇਹਨਾਂ ਨੂੰ ਦੇ ਦਿਓ, ਉਹੀਓ ਖਾਣਗੇ। ਜਿਹੜੇ ਇਹਨਾਂ ਦੇ ਟੋਕਰੇ ਨੇ ਫਲਾਂ ਦੇ ਉਹੀਓ ਇਹਨਾਂ ਨੂੰ ਦੇ ਦੇਵੋ, ਉਹੀਓ ਹੀ ਖਾਣਗੇ। ਹੁਣ ਇਹਨਾਂ ਨੇ ਆਪਣਾ ਆਪਣਾ ਟੋਕਰਾ ਚੁੱਕਿਆ ਤੇ ਕੈਦਖਾਨੇ ਦੇ ਵਿੱਚ ਸਿਪਾਹੀਆਂ ਨੇ ਇਹਨਾਂ ਨੂੰ ਬੰਦ ਕਰ ਦਿੱਤਾ, ਬਾਹਰੋਂ ਲਾ ਦਿੱਤਾ ਜੰਦਰਾ। ਹੁਣ ਜਿਸ ਦੇ ਕੋਲ ਘਾਹ ਫੂਸ ਭਰਿਆ ਹੋਇਆ ਸੀ ਪਿਆਰਿਓ, ਤੇ ਉੱਪਰ ਥੋੜੇ ਜਿਹੇ ਫਲ ਸਨ, ਉਹਦਾ ਤੇ ਇੱਕ ਦਿਨ ਵੀ ਨਹੀਂ ਲੰਘਿਆ। ਇੱਕ ਅੱਧਾ ਦਿਨ ਫਲ ਖਾ ਕੇ ਮਗਰ ਥੱਲੇ ਘਾਹ ਫੂਸ ਤੇ 15 ਦਿਨ ਕੱਢਣੇ ਸਨ। ਥੋੜੇ ਦਿਨਾਂ ਦੇ ਵਿੱਚ ਉਹ ਖਤਮ ਹੋ ਗਿਆ, ਮਰ ਗਿਆ। ਤੇ ਹੁਣ ਦੂਸਰੇ ਦੀ ਵਾਰੀ, ਜਿਸ ਨੇ ਥੋੜੇ ਜਿਹੇ ਫਲ ਉੱਪਰ ਪਾਏ ਸਨ, ਉਸਨੇ 2-4 ਦਿਨ ਕੱਢ ਲਏ। 2-4 ਦਿਨ ਤੇ ਚੰਗੇ ਫਲ ਖਾਧੇ, ਪਰ ਥੱਲੇ ਗਲੇ ਸੜੇ ਪਾਏ ਹੋਏ ਸਨ। ਹੁਣ ਗਲੇ ਸੜੇ ਆਪਣੇ ਹੀ ਫਲ ਪਾਏ ਹੋਏ, ਆਪ ਹੀ ਪਾਏ ਨੇ ਟੋਕਰੀ ਦੇ ਵਿੱਚ, ਤੇ ਆਪ ਨੂੰ ਹੀ ਖਾਣੇ ਪੈ ਰਹੇ ਨੇ। ਜੇ ਚੰਗੇ ਪਾਏ ਹੁੰਦੇ ਤੇ ਚੰਗੇ ਖਾਂਦਾ। ਹੁਣ ਜਿਹੜੇ ਗਲੇ ਸੜੇ ਖਾਧੇ, ਉਹਨਾਂ ਦੇ ਨਾਲ ਹੀ ਬਿਮਾਰ ਹੋ ਗਿਆ, ਇਹ ਵੀ ਮਰ ਗਿਆ। ਜਿਸ ਵੇਲੇ ਦੂਸਰਾ ਵੀ ਮਰ ਗਿਆ, ਤੇ ਹੁਣ ਜਿਹੜਾ ਤੀਸਰਾ ਸੀ, ਜਿਸ ਨੇ ਪਿਆਰਿਓ ਬੜੇ ਸੁੰਦਰ ਫਲ ਸਜਾਏ ਹੋਏ ਸਨ, ਉਸ ਨੇ ਕੀ ਕੀਤਾ, ਪਾਣੀ ਉਹਦੇ ਕੋਲ ਪੀਣ ਵਾਸਤੇ ਹੈ ਸੀ, ਉਹਦੇ ਵਿੱਚ 2-4 ਫਲ ਲੈਂਦਾ ਤੇ ਰੋਜ਼ ਖਾ ਲੈਂਦਾ। 15 ਦਿਨਾਂ ਦੇ ਵਿੱਚ ਸਹੀ ਸਲਾਮਤ ਬਾਹਰ ਆ ਗਿਆ। ਹੁਣ ਰਾਜੇ ਨੂੰ ਪਤਾ ਲੱਗ ਗਿਆ ਕਿ ਆਹ ਜਿਹੜਾ ਵਜ਼ੀਰ ਹੈ ਇਹ ਇਮਾਨਦਾਰ ਹੈ, ਉਹ ਦੋਨੋਂ ਹੀ ਬੇਈਮਾਨ ਸਨ। ਪਿਆਰਿਓ, ਜੋ ਵੀ ਮਨੁੱਖ ਕਰਦਾ ਤੇ ਆਪਣੇ ਵਾਸਤੇ ਹੀ ਹੈ। ਅਸੀਂ ਜ਼ਿੰਦਗੀ ਦੇ ਵਿੱਚ ਇਹ ਵੇਖਣਾ ਹੈ ਕਿ ਜਿਵੇਂ ਟੋਕਰਾ ਉਹਨੇ ਭਰਿਆ ਫਲਾਂ ਦੇ ਨਾਲ, ਸੋਹਣਿਆਂ ਫਲਾਂ ਦੇ ਨਾਲ, ਅਸੀਂ ਜ਼ਿੰਦਗੀ ਦੇ ਵਿੱਚ ਇਕੱਤਰ ਕੀ ਕਰਨਾ ਹੈ। ਜੇ ਤੇ ਨਾਮ ਰੂਪੀ ਫਲ ਇਕੱਤਰ ਕਰਾਂਗੇ ਤੇ ਸੁਖ ਮਾਣਾਂਗੇ, ਤੇ ਜੇ ਅਸੀਂ ਉਹੀਓ ਗੱਲ, ਭੈੜੀਆਂ ਗੱਲਾਂ, ਭੈੜੇ ਵਿਚਾਰ ਉਹੀਓ ਇਕੱਤਰ ਕਰਦੇ ਰਹੇ, ਤੇ ਪਿਆਰੇ ਉਹੀਓ ਹੀ ਹੱਲ ਹੋਵੇਗਾ ਵਜ਼ੀਰਾਂ ਵਾਲਾ, ਜਿਸ ਨੇ ਘਾਹ ਫੂਸ ਹੀ ਇਕੱਠਾ ਕੀਤਾ ਸੀ। ਤੇ ਪਿਆਰੇ ਇਸੇ ਤਰ੍ਹਾਂ ਹੀ ਹੈ, ਜੇ ਨਾਮ ਅਸੀਂ ਇਕੱਤਰ ਕਰਾਂਗੇ, ਨਾਮ ਨੇ ਹੀ ਸਾਡੇ ਕੰਮ ਆਉਣਾ ਹੈ, ਨਾਮ ਨੇ ਹੀ ਬਖਸ਼ਿਸ਼ ਕਰਨੀ ਹੈ। ਤੇ ਇਹ ਸਾਨੂੰ ਇਸ ਤੋਂ ਸਬਕ ਮਿਲਦਾ ਕਿ ਪਰਮੇਸ਼ਰ ਦੀ ਚਰਨਾਂ ਦੇ ਨਾਲ ਜੁੜ ਕੇ ਰਹੀਏ। ਸਤਿਗੁਰੂ ਕਹਿੰਦੇ ਨੇ, ਬਿਨਵੰਤ ਨਾਨਕ ਦਇਆ ਧਾਰੋ, ਕਾਢ ਪਵਦਲ ਫੇਰਿਆ। ਸੰਸਾਰ ਦੇ ਫੇਰਿਆਂ ਤੋਂ ਬਚੇਗਾ ਤਾਂ ਹੀ ਜੇ ਤੂੰ ਉਸ ਮਾਲਕ ਦੇ ਚਰਨਾਂ ਦੇ ਨਾਲ ਜੁੜ ਜਾਵੇਗਾ। ਸਤਿਗੁਰੂ ਵੀ ਬੇਨਤੀ ਕਰ ਰਹੇ, ਵਾਹਿਗੁਰੂ ਜੀ ਮੈਨੂੰ ਇਸ ਸੰਸਾਰ ਦੇ ਫੇਰਿਆਂ ਤੋਂ ਕੱਢ ਲੈ, ਸਾਨੂੰ ਸਮਝਾਉਣ ਵਾਸਤੇ। ਪਿਆਰਿਓ, ਸਲੋਕ ਨਿਰਤ ਨ ਪਵੈ ਅਸੰਖ ਗੁਣ, ਉੱਚਾ ਪ੍ਰਭ ਕਾ ਨਾਉ। ਅਸੀਂ ਨਿਰਣਾ ਨਹੀਂ ਕਰ ਸਕਦੇ, ਅਸੀਂ ਕੋਈ ਵੀ ਅੰਦਾਜ਼ਾ ਨਹੀਂ ਲਗਾ ਸਕਦੇ ਪ੍ਰਭੂ ਦੇ ਗੁਣਾਂ ਦਾ। ਅਸੰਖ ਗੁਣ, ਉਹਦੇ ਵਿੱਚ ਗੁਣ ਕਿਤਨੇ ਗੁਣ ਨੇ, ਅਸੀਂ ਨਿਰਣਾ ਕੀ ਕਰ ਸਕਦੇ ਹਾਂ। ਪ੍ਰਭੂ ਦੇ ਗੁਣਾਂ ਦਾ ਸਾਨੂੰ ਪਤਾ ਨਹੀਂ ਲੱਗ ਸਕਦਾ। ਉਸ ਪਰਮੇਸ਼ਰ ਦਾ ਨਾਮ ਬਹੁਤ ਉੱਚਾ ਹੈ, ਉਹਦੇ ਵਿੱਚ ਬਹੁਤ ਗੁਣ ਨੇ, ਉਹ ਗੁਣੀਆਂ ਪ੍ਰਭੂ ਹੈ, ਗੁਣਾਂ ਦੇ ਨਾਲ ਹੀ ਭਰਿਆ ਹੋਇਆ ਹੈ। ਜਿਵੇਂ ਸਾਡਾ ਸਰੀਰ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਤੱਕ ਪਿਆਰਿਓ ਪਾਪਾਂ ਦੇ ਨਾਲ ਭਰਿਆ, ਤੇ ਵਾਹਿਗੁਰੂ ਗੁਣਾਂ ਦੇ ਨਾਲ ਭਰਿਆ ਹੋਇਆ। ਇਹ ਸਰੀਰ ਕੂੜ ਕੁਸੱਤ ਭਰਿਆ, ਗਲ ਤਾਂ ਹੀ ਪਾਪ ਕਮਾਏ। ਬੜੇ ਪਿਆਰੇ ਬਚਨ ਸਤਿਗੁਰਾਂ ਦੇ। ਪੈਰ ਦੀ ਚੋਟੀ ਤੋਂ ਲੈ ਕੇ ਪਿਆਰਿਓ ਕੜੇ ਤੱਕ ਇਹ ਭਰਿਆ ਹੋਇਆ ਪਾਪ ਕਰਮਾਂ ਦੇ ਨਾਲ। ਨਾਨਕ ਕੀ ਬੇਨੰਤੀਆ ਮਿਲਨ ਥਾਵੇ ਥਾਉ। ਵਾਹਿਗੁਰੂ ਜੀ, ਦਾਸ ਦੀ ਬੇਨਤੀ ਇਹ ਹੈ ਕਿ ਨਿਥਾਨਿਆਂ ਨੂੰ ਥਾਂ ਦੇਣ ਵਾਲਾ ਵਾਹਿਗੁਰੂ ਤੂੰ ਹੈ। ਮੇਰੀ ਬੇਨਤੀ ਹੈ, ਦਾਸ ਦੀ ਬੇਨਤੀ ਹੈ, ਬਖਸ਼ਿਸ਼ ਕਰੋ, ਮੈਨੂੰ ਥਾਂ ਬਖਸ਼ਿਸ਼ ਕਰੋ। ਸ਼ੰਤ ਦੂਸਰ ਨਾਹੀ ਚਾਉ ਕਾ ਪੈਦਾਈ ਹੈ। ਸ਼ੰਤ ਦੇ ਵਿੱਚ ਕਹਿ ਰਹੀ ਸਤਿਗੁਰੂ, ਕਿ ਸ਼ੰਤ ਦੇ ਵਿੱਚ ਕਿ ਦੂਜਾ ਕੋਈ ਨਹੀਂ ਹੈ, ਕਿਹਦੇ ਪਾਸ ਜਾਈਏ। ਵਾਹਿਗੁਰੂ ਤੇਰੇ ਤੋਂ ਬਿਨਾਂ ਤੇ ਦੂਸਰਾ ਹੈ ਹੀ ਕੋਈ ਨਹੀਂ, ਕਿਸ ਦੀ ਜਾ ਕੇ ਫਰਿਆਦੀ ਹੋਈਏ। ਕੇਵਲ ਅਸੀਂ ਤੇਰੇ ਅੱਗੇ ਜਾ ਕੇ ਆਪਣਾ
ਦੁੱਖ ਸੁਖ ਰੱਖ ਸਕਦੇ ਹਾਂ। ਜੇ ਸੁਖ ਦੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਧਿਆਈ। ਜੇ ਭੁੱਖ ਦੇ ਤਾਂ ਇਤਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਦੂਸਰ ਰਾਹੀ ਠਾਓ ਕਾ ਪੈਦਾਈਏ, ਕਿਹਦੇ ਪਾਸ ਜਾਈਏ? ਦੂਸਰਾ ਜੀ ਕੋਈ ਵੀ ਥਾਂ। ਇਸ ਹੀ ਕੋਈ ਕੋਏ ਮਨ ਨਿਮਾੜੀ, ਇੱਕ ਤੂੰ ਕਿਉਂ ਨਾ ਮਰੀ ਜੈ ਰੋਏ। ਜਾ ਲਗ ਚਿਤ ਨ ਆਵੇ, ਆਠ ਪਹਿਰ ਕਰ ਜੋੜ, ਸੋ ਪ੍ਰਭ ਧਿਆਈ ਹੈ। ਫਿਰ ਕਰਨਾ ਕੀ ਹੈ? ਅਠੀ ਪੈਰ ਦਿਨ ਰਾਤੀ ਆਰਾਧੂ ਪਿਆਰੋ, ਨਿਮਖ ਨ ਕੀਜੈ ਢੀਠਾ। ਅੱਠ ਪੈਰ ਤੂੰ ਭਾਵ ਹੈ ਦਿਨ ਰਾਤੀ। ਦਿਨ ਰਾਤੀ ਉਸ ਮਾਲਕ ਦੇ ਚਰਨਾਂ ਦੇ ਵਿੱਚ ਮਨ ਕਰਕੇ, ਵਚਨ ਕਰਕੇ, ਕਰਮ ਕਰਕੇ ਜੁੜ ਜਾਈਏ। ਆਠ ਪਹਿਰ ਕਰ ਜੋੜ, ਸੋ ਪ੍ਰਭ ਧਿਆਈਏ। ਉਸ ਮਾਲਕ ਨੂੰ ਯਾਦ ਕਰੀਏ, ਉਸ ਮਾਲਕ ਨੂੰ ਧਿਆਉਣਾ ਕਰੀਏ, ਆਪਣੀ ਸੋਚ ਦੇ ਵਿੱਚ ਲੈ ਕੇ ਆਈਏ। ਧਿਆਏ ਸੋ ਪ੍ਰਭ ਸਦਾ ਆਪਣਾ, ਮਨਹਿ ਚਿੰਦਿਆ ਪਾਈਐ। ਫਿਰ ਹੋਵੇਗਾ ਕਿ ਜਦੋਂ ਤੂੰ ਮਾਲਕ ਨੂੰ ਯਾਦ ਕਰੇਗਾ, ਜੋ ਵੀ ਤੇਰੇ ਮਨ ਦੀਆਂ ਚਿਤਵਨੀਆਂ ਨੇ, ਜੋ ਤੇਰੇ ਮਨ ਦੀਆਂ ਉਮੰਗਾਂ ਨੇ, ਮੇਰਾ ਵਾਹਿਗੁਰੂ ਪੂਰੀਆਂ ਕਰ ਦੇਵੇਗਾ। ਤੂੰ ਜੁੜ ਕੇ ਤੇ ਵੀ ਉਸ ਮਾਲਕ ਦੇ ਨਾਲ। ਹੋਰ ਕੀ ਕਰਨਾ ਹੈ? ਤਜ ਮਾਨ ਮੋਹ ਵਿਕਾਰ ਦੂਜਾ, ਏਕ ਸੋ ਲਿਵ ਲਾਈਐ। ਕਹਿੰਦੇ ਈਗੋ ਨੂੰ ਛੱਡ ਦੇ, ਅਹੰਕਾਰ ਨੂੰ ਛੱਡ ਦੇ, ਮੋਹ ਛੱਡ ਦੇ, ਮਾਨ ਮੋਹ ਵਿਕਾਰ ਛੱਡ ਦੇ, ਏਕ ਸੋ ਲਿਵ ਲਾਈਐ। ਪਰਮੇਸ਼ਰ ਦੇ ਨਾਲ ਸੁਰਤੀ ਨੇ ਜੋੜ ਲੈ, ਇੱਕ ਦੇ ਨਾਲ ਲਿਵ ਜੋੜ ਲੈ, ਦੂਸਰੇ ਕਿਸੇ ਪਾਸੇ ਵੱਲ ਨਾ ਵੇਖ। ਅਰਪ ਮਨ ਤਨ ਪ੍ਰਭੂ ਆਗੇ, ਆਪ ਸਗਲ ਮਿਟਾਈਐ। ਕਹਿੰਦੇ ਆਪਣਾ ਆਪਾ ਮਾਲਕ ਦੇ ਅੱਗੇ ਸਰੈਂਡਰ ਕਰ ਦੇ, ਆਪਣੇ ਆਪੇ ਨੂੰ ਸਤਿਗੁਰਾਂ ਦੇ ਚਰਨਾਂ ਦੇ ਅੱਗੇ ਢਹਿ, ਆਪਣਾ ਆਪਾ ਰੱਖ ਦੇ ਪ੍ਰਭੂ ਮਾਲਕ ਦੇ ਅੱਗੇ। ਆਪ ਸਗਲ ਮਿਟਾਈਐ, ਆਪਣੇ ਆਪੇ ਨੂੰ ਖਤਮ ਕਰ ਦੇ। ਇਹ ਜਿਹੜਾ ਤੂੰ ਆਪਣੇ ਆਪ ਮੈਂ ਕਰਦਾ ਪਿਆਰੀ, ਤੁਹਾਡੇ ਸਾਹਮਣੇ ਉਦਾਹਰਣ ਹੈ। ਬੱਕਰਾ ਬੱਕਰੀ ਹਮੇਸ਼ਾ ਮੈਂ ਹੀ ਕਰਦੇ ਨੇ, ਮੈਂ ਕਰਦਿਆਂ ਇਹਨਾਂ ਦੀ ਸਾਰੀ ਜ਼ਿੰਦਗੀ ਬਤੀਤ ਹੋ ਜਾਂਦੀ ਹੈ। ਤੇ ਮੈਂ ਕਰਦਿਆਂ ਹੁੰਦਾ ਕੀ ਹੈ? ਬੱਕਰੀ ਦੀ ਉਦਾਹਰਣ ਬੜੀ ਸੁੰਦਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਦਿੱਤੀ ਹੈ। ਕਹਿੰਦੇ ਬੱਕਰੀ ਕਹਿੰਦੀ ਕਿ ਮੈਂ ਤੇ ਅੱਕ ਤੇ ਧਤੂਰਾ ਖਾਧਾ ਸੀ, ਤੇ ਮੈਨੂੰ ਕਹਿੰਦੀ ਮੇਰਾ ਮਾਸ ਸੀਖਾਂ ਦੇ ਵਿੱਚ ਪਰੋਇਆ ਜਾ ਰਿਹਾ, ਮੈਨੂੰ ਵੱਢਿਆ ਗਿਆ, ਮੈਨੂੰ ਵੱਢਿਆ ਗਿਆ, ਮੈਨੂੰ ਇਹ ਸਜ਼ਾ ਮਿਲੀ। ਪਰ ਐ ਮਨੁੱਖ, ਤੂੰ ਕਿਤਨੇ ਪਾਪ ਕਰ ਰਿਹਾ? ਹਾਲ ਤੇਰਾ ਹਾਲ ਕੀ ਹੋਵੇਗਾ? ਤੂੰ ਇਹ ਅੰਦਰ ਝਾਤੀ ਮਾਰ, ਮੈਂ ਕੋਈ ਪਾਪ ਕਰਮ ਨਹੀਂ ਕੀਤਾ, ਅੱਕ ਧਤੂਰੇ ਖਾਧੇ, ਕੰਡੇ ਖਾਧੇ, ਤੇ ਮੇਰਾ ਇਹ ਹਾਲ ਹੋਇਆ। ਕਾਰਨ ਕੀ ਸੀ? ਮੈਂ ਕਰਕੇ। ਹਮੇਸ਼ਾ ਬੱਕਰੀ ਮੈਂ ਕਰਦੀ, ਮੈਂ ਕਰਦਿਆਂ ਪਿਆਰੋ ਜਦੋਂ ਇਹਨੂੰ ਸਜ਼ਾ ਕੀ ਮਿਲੀ? ਇਹਦਾ ਆਪਾ ਜਦੋਂ ਵਜੂਦ ਇਹਦਾ ਖਤਮ ਹੋ ਗਿਆ ਨਾ, ਵਜੂਦ ਇਹਦਾ ਖਤਮ ਹੋ ਗਿਆ, ਤੇ ਇਹਦਾ ਜਿਹੜਾ ਚਮੜਾ ਸੀ, ਉਹਦੇ ਜਦੋਂ ਆਪਾਂ ਜੋੜੀ ਵਜਾਉਂਦੇ ਹਾਂ, ਬੱਕਰੀਆਂ ਦੇ ਚਮੜੇ ਦੀ ਢੋਲ ਵਜਾਉਂਦੇ ਹਾਂ, ਇਸ ਚਮੜਿਆਂ ਦੇ ਬਣੇ ਹੋਏ ਕਰਦੇ ਨੇ ਪਿਆਰੇ, ਇਹ ਚਮੜਿਆਂ ਦੇ ਬਣੇ ਨੇ। ਤੇ ਫਿਰ ਕੀ ਹੁੰਦਾ? ਜਿਹੜਾ ਮੈਂ ਚਮੜਾ ਪਹਿਲੋਂ ਕਰਦਾ ਸੀ ਨਾ, ਇਹ ਹੁਣ ਤੂੰ ਕਰਨਾ ਸ਼ੁਰੂ ਹੋ ਗਿਆ। ਇਹ ਹੁਣ ਮੈਂ ਨਹੀਂ ਕਰਦਾ, ਇਹ ਹੁਣ ਕਰਦਾ ਤੂੰ ਕਰਤਾ ਤੂੰ ਹੁਆ। ਮੁਝ ਮੇਂ ਰਹਾ ਨਾ ਹੋ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਹੁਣ ਜਿਤਨੀ ਦੇਰ ਤੱਕ ਮੈਂ ਮੇਰੀ ਸੀ, ਜਬ ਲਗ ਮੇਰੀ ਕਰੈ, ਤਬ ਲਗ ਕਾਜ ਏਕ ਨਹੀਂ ਸਰੈ। ਜਬ ਮੇਰੀ ਮਿਟ ਜਾਏ, ਤਬ ਪ੍ਰਭ ਕਾਜ ਸਵਾਰੇ ਆਏ। ਜਦੋਂ ਮੇਰੀ ਮਿਟ ਜਾਂਦੀ ਹੈ, ਤੇ ਪ੍ਰਭੂ ਸਾਡੇ ਕਾਰਜ ਸਵਾਰ ਦਿੰਦਾ ਹੈ। ਅਰਪ ਮਨ ਤਨ ਪ੍ਰਭੂ ਆਗੈ, ਆਪ ਸਗਲ ਮਿਟਾਈਏ। ਕਹਿੰਦੇ ਆਪਣੇ ਆਪੇ ਨੂੰ ਖਤਮ ਕਰ ਦੇ। ਬੇਨਵੰਤ ਨਾਨਕ ਧਾਰ ਕਿਰਪਾ, ਸਾਚ ਨਾਮ ਸਮਾਈਐ। ਵਾਹਿਗੁਰੂ ਜੀ ਤੁਸੀਂ ਕਿਰਪਾ ਕਰੋ, ਤੇ ਤੇਰੇ ਨਾਮ ਦੇ ਵਿੱਚ ਸਮਾਇਆ ਜਾ ਸਕਦਾ, ਤੇਰੇ ਨਾਮ ਦੇ ਵਿੱਚ ਜੁੜਿਆ ਜਾ ਸਕਦਾ। ਜੁੜ ਕੇ ਹੀ ਉਸ ਦੇ ਵਿੱਚ ਸਮਾਵਾਂਗੇ। ਵਾਹਿਗੁਰੂ ਕਿਰਪਾ ਕਰੇ ਤੇ ਤਾਂ ਹੀ। ਸ਼ਲੋਕ ਰੇ ਮਨ ਤਾ ਕੋ ਧਿਆਈਐ, ਸਭ ਵਿਦ ਜਾ ਕੈ ਹਾਥ। ਹੁਣ ਕਹਿੰਦੇ ਕਿਹਨੂੰ ਸਿਮਰਨਾ ਹੈ, ਕਿਹਨੂੰ ਯਾਦ ਕਰਨਾ ਚਾਹੀਦਾ ਹੈ? ਰੇ ਮਨ ਤਾਂ ਕੋ ਧਿਆਈਐ, ਉਸ ਨੂੰ ਯਾਦ ਕਰੀਏ।
ਸਾਰੀਆਂ ਉਗਤੀਆਂ ਜੁਗਤੀਆਂ ਵਿਧੀਆਂ ਦਾ ਜਿਹੜਾ ਮਾਲਕ ਹੈ। ਸਭ ਵਿਦ ਜਾਂ ਕੇ ਆਦਿ ਜਿਹੜਾ ਕਰਨ ਕਾਰਨ ਦੀ ਸਮਰੱਥਾ ਰੱਖਦਾ ਹੈ। ਰਾਮ ਨਾਮ ਧਨ ਸੰਚੀਐ ਨਾਨਕ ਨਿਭੈ ਸਾਥ। ਕਿਹੜਾ ਧਨ ਇਕੱਤਰ ਕਰਨਾ ਜਿਹੜਾ ਸਾਡੇ ਨਾਲ ਜਾਵੇਗਾ। ਰਾਮ ਨਾਮ ਧਨ ਸੰਚੀਐ, ਕਹਿੰਦੇ ਇਕੱਤਰ ਕਰਨਾ ਤੇ ਰਾਮ ਦਾ ਨਾਮ ਇਕੱਤਰ ਕਰ, ਵਾਹਿਗੁਰੂ ਦਾ ਨਾਮ ਇਕੱਤਰ ਕਰ, ਬਾਕੀ ਤੇਰੀ ਕੋਈ ਵੀ ਸਾਥ ਜਾਣ ਵਾਲਾ ਨਹੀਂ। ਸ਼ੰਤ ਸਾਥੀੜਾ ਪ੍ਰਭ ਏਕ ਦੂਸਰ ਨਾਹਿ ਕੋਇ। ਕਹਿੰਦੀ ਪਰਮੇਸ਼ਰ ਇੱਕੋ ਹੀ ਹੈ ਜਿਹੜਾ ਤੇਰਾ ਸਾਥੀ ਹੈ, ਜਿਹਨੇ ਅਖੀਰ ਟਾਈਮ ਤੇ ਵੀ ਤੇਰਾ ਸਾਥੀ ਬਣਨਾ ਔਰ ਪੱਕਾ ਸਾਥੀ ਹੈ। ਨਾਨਕ ਕਚੜਿਆ ਸਿਉ ਤੋੜ ਢੂੰਡ ਸਜਣ ਸੰਤ ਪੱਕਿਆ। ਓਏ ਜੀਵਨ ਦੇ ਵਿਛੜੇ ਓਏ ਮਾਇਆ ਨਾ ਜਾਈ ਛੋੜ। ਕਹਿੰਦੀ ਪੱਕਿਆਂ ਦੇ ਨਾਲ ਜੁੜ ਜਾ, ਕੱਚਿਆਂ ਨੂੰ ਛੱਡ ਦੇ। ਕੱਚਿਆਂ ਦੇ ਨਾਲ ਤੇਰਾ ਆਪਣਾ ਜੀਵਨ ਬਰਬਾਦ ਹੋ ਜਾਵੇਗਾ। ਜਦੋਂ ਤੂੰ ਪੱਕੇ ਦੇ ਨਾਲ ਜੁੜ ਜਾਵੇਗਾ, ਅਖੀਰ ਤੱਕ ਤੇਰਾ ਸਾਥ ਉਹ ਪੱਕਾ ਨਿਭਾਵੇਗਾ। ਵਾਹਿਗੁਰੂ ਤੇਰਾ ਸਾਥ ਅਖੀਰ ਤੱਕ ਨਿਭਾਵੇਗਾ, ਹੋਰ ਕਿਸੇ ਨੇ ਤੇਰਾ ਸਾਥ ਨਹੀਂ ਦੇਣਾ। ਸਾਥੀ ਜਿਹੜਾ ਪ੍ਰਭ ਏਕ, ਸਤਿਗੁਰੂ ਬਾਣੀ ਦੇ ਵਿੱਚ ਕਹਿ ਰਹੇ ਨੇ, ਇੱਕੋ ਹੈ ਪਰਮੇਸ਼ਰ ਦਾ ਨਾਮ ਜਿਹੜਾ ਅੰਤ ਸਮੇਂ ਤੱਕ ਤੇਰਾ ਸਾਥੀ ਹੈ। ਉਸ ਨੂੰ ਆਪਣਾ ਸਾਥੀ ਬਣਾ ਲੈ। ਤੂੰ ਦੁਨੀਆ ਦੇ ਉਹਨਾਂ ਲੋਕਾਂ ਨੂੰ ਸਾਥੀ ਬਣਾਉਣਾ ਜਿਨ੍ਹਾਂ ਨੇ ਤੈਨੂੰ ਛੱਡ ਕੇ ਚਲਿਆ ਜਾਣਾ, ਜਿਨ੍ਹਾਂ ਨੇ ਤੇਰੇ ਨਾਲ ਧੋਖਾ ਹੀ ਕਰਨਾ। ਤੂੰ ਸਾਥੀ ਉਹਨਾਂ ਨੂੰ ਬਣਾਉਂਦਾ ਹੈ। ਥਾਨ ਤਨੰਤਰਿਆ ਜਲ ਥਲ ਪੂਰ ਸੋਏ। ਜਿਹੜਾ ਪ੍ਰਭੂ ਹਰ ਇੱਕ ਥਾਂ ਦੇ ਉੱਤੇ ਹੈ, ਕੋਈ ਐਸੀ ਜਗ੍ਹਾ ਨਹੀਂ। ਨੌਖੰਡ ਧਰਤੀ ਉੱਤੇ ਉਹ ਪਰਮੇਸ਼ਰ ਹੈ। ਥਾਨ ਤਨੰਤਰ ਆਪ ਜਲਾਂ ਵਿੱਚ ਵੀ ਤੇ ਥਲਾਂ ਵਿੱਚ ਵੀ ਉਹ ਪਰਮੇਸ਼ਰ ਆਪ ਹੀ ਹੈ। ਹਰ ਇੱਕ ਥਾਂ ਤੇ ਉਸੇ ਦਾ ਹੀ ਵਜੂਦ ਹੈ। ਪਿਆਰਿਓ, ਜਲ ਥਲ ਮਹੀਅਰ ਪੂਰ ਰਹਿਆ ਸਰਬ ਦਾਤਾ ਪ੍ਰਭ ਧਨੀ। ਕਹਿੰਦੇ ਹਰ ਇੱਕ ਜਗ੍ਹਾ ਦੇ ਉੱਤੇ ਰਮਿਆ ਹੋਇਆ, ਜਲਾਂ ਵਿੱਚ ਥਲਾਂ ਵਿੱਚ ਸੁੱਕੀ ਧਰਤੀ ਆਕਾਸ਼ ਹਰ ਇੱਕ ਥਾਂ ਤੇ ਪੂਰ ਰਹਿਆ ਸਰਬ ਦਾਤਾ ਪ੍ਰਭ ਧਨੀ। ਇਹ ਸਾਰਿਆਂ ਨੂੰ ਦਾਤਾਂ ਵੀ ਦੇ ਰਿਹਾ। ਅੱਜ ਜਿਤਨੀਆਂ ਦਾਤਾਂ ਸਾਨੂੰ ਦਿੱਤੀਆਂ ਨੇ ਵਾਹਿਗੁਰੂ ਨੇ ਦਿੱਤੀਆਂ। ਪਿਆਰਿਓ, ਸਾਡਾ ਉਦਮ ਥੋੜਾ ਕੋਈ, ਜੋ ਕੁਝ ਵਾਹਿਗੁਰੂ ਦਿੰਦਾ ਹੈ ਇਹ ਉਸ ਵਾਹਿਗੁਰੂ ਦੀ ਵਡਿਆਈ ਹੈ। ਇਹ ਉਸੇ ਦਾ ਹੀ ਧੰਨਵਾਦ ਕਰਨਾ ਚਾਹੀਦਾ। ਇਹ ਸਾਰੀਆਂ ਦਾਤਾਂ ਮਾਲਕ ਦੀਆਂ ਦਿੱਤੀਆਂ ਹੋਈਆਂ ਨੇ, ਸਾਡੇ ਉਦਮ ਕਰਕੇ ਨਹੀਂ ਸਾਨੂੰ ਮਿਲਦੀਆਂ। ਇਹ ਵਾਹਿਗੁਰੂ ਨੇ ਸਾਡੇ ਤੇ ਤਰਸ ਕੀਤਾ ਹੈ, ਬਖਸ਼ਿਸ਼ ਕੀਤੀ। ਇਹ ਸੁੰਦਰ ਸਰੀਰ ਵੀ ਜਿਹੜਾ ਬਖਸ਼ਿਸ਼ ਕੀਤਾ, ਇਹ ਵੀ ਵਾਹਿਗੁਰੂ ਨੇ ਸਾਡੇ ਤੇ ਤਰਸ ਕੀਤਾ। ਪਿਆਰਿਓ, ਨਹੀਂ ਤੇ ਜੇ ਕਿਸੇ ਦੀਆਂ ਅੱਖਾਂ ਨਾ ਹੋਣ, ਕਿਸੇ ਦੇ ਹੱਥ ਨਾ ਹੋਣ, ਇਹ ਕੀ ਕਰੇਗਾ। ਜਿਵੇਂ ਸ਼ਿਵ ਜੀ ਤੇ ਪਾਰਵਤੀ ਜਾ ਰਹੇ, ਨਿੱਕੇ ਨਿੱਕੇ ਬੱਚੇ ਕਹਿੰਦੇ ਨਹਾ ਰਹੇ ਸੀ, ਛੋਟੇ ਛੋਟੇ ਬੱਚੇ ਨਹਾ ਰਹੇ।